ਮੇਰੇ ਵਾਸਤੇ ਇੱਕ ਬਹੁਤ ਵੱਡਾ ਪਲੇਟਫਾਰਮ ਸੀ। ਦੁਨੀਆ ਭਰ ਦੇ 800 ਵਿਗਿਆਨੀ ਬੈਠੇ ਹੋਣ ਤੇ ਮੈਂ ਉੱਥੇ ਇਹ ਮਾਣ ਨਾਲ ਇਹ ਗੱਲ ਕਹੀ ਹੈ ਕਿ ਕਿਸਾਨ ਸੱਚ ਕਹਿੰਦੇ ਨੇ, ਠੀਕ ਕਹਿੰਦੇ ਨੇ ਤੇ ਸਰਕਾਰ ਨੂੰ ਆਪਣੇ ਪਰਜਾ ਅੱਗੇ ਝੁਕ ਜਾਣਾ ਚਾਹੀਦਾ ਹੈ ਔਰ ਕਾਨੂੰਨ ਵਾਪਸ ਲੈ ਲੈਣੇ ਚਾਹੀਏ ਤਾਂ ਕਿ ਸਾਡਾ ਭਾਰਤ ਜਿਹੜਾ ਵਿਕਾਸ ਦੇ ਰਾਹ ਤੇ ਪੈ ਜਾਵੇ। The FAI Golden Jubilee Award for Excellence in the Best Work Done in the Field of Plant Nutrition. I request him to kindly come. He receives the award as a joint winner for Best Work Done in the Field of Plant Nutrition. Dr. Virendra Pal sir. At this time of crisis for the nation, so when our farmers are on the roads, so my conscience does not allow me to receive this award. So I wish that we shall work together for the nation and the government shall listen to our dear farmers. ਸਿਟੀ ਹੋਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਦੋਸਤੋ। ਅੱਜ ਅਸੀਂ ਇੱਕ ਐਸੀ ਸ਼ਖਸੀਅਤ ਨਾਲ ਮਿਲਾਉਣ ਜਾ ਰਹੇ ਹਾਂ ਜਿਹਨੇ ਕਿਸਾਨਾਂ ਦੀ ਖਾਤਰ ਆਪਣਾ ਸੋਨੇ ਦਾ ਤਗਮਾ ਔਰ 1 ਲੱਖ ਦਾ ਸਮਾਨ ਵੀ ਮੋੜ ਦਿੱਤਾ। ਡਾਕਟਰ ਵਰਿੰਦਰਪਾਲ ਸਿੰਘ ਯੂਨੀਵਰਸਿਟੀ ਜਿਹੜੇ ਯੂਨੀਵਰਸਿਟੀ ਦੇ ਵਿੱਚ ਵਿਗਿਆਨਿਕ ਨੇ, ਉਹਨਾਂ ਨਾਲ ਅੱਜ ਆਪਾਂ ਗੱਲਬਾਤ ਵੀ ਕਰਦੇ ਹਾਂ ਕਿ ਉਹਨਾਂ ਨੂੰ ਇਹ ਜਿਹੜੀ ਸੋਚ ਉਹਨਾਂ ਦੇ ਮਨ ਦੇ ਵਿੱਚ ਆਈ ਕਿ ਉਹਨਾਂ ਨੂੰ ਕਿਤੇ ਨਾ ਕਿਤੇ ਕੋਈ ਡਰ ਨਹੀਂ ਲੱਗਾ ਕਿ ਜਿੱਦਾਂ ਇਹ ਤਕਮਾ ਬੜੀ ਮੁਸ਼ਕਿਲ ਦੇ ਨਾਲ ਔਰ ਬੜੀ ਮਿਹਨਤ ਮੁਸ਼ੱਕਤ ਦੇ ਨਾਲ ਇਹ ਮਿਲਦਾ ਆ। ਆਓ ਆਪਾਂ ਉਹਨਾਂ ਨਾਲ ਅੱਜ ਗੱਲਬਾਤ ਕਰਦੇ ਹਾਂ। ਹਾਂਜੀ ਸਰ, ਇਹ ਕਿੰਨੇ ਦੇਰ ਬਾਅਦ ਮਤਲਬ ਤੁਹਾਨੂੰ ਇਹ ਜਿਹੜਾ ਅਵਾਰਡ ਮਿਲਿਆ ਸੀਗਾ? ਇਹ ਅਵਾਰਡ ਇਸ ਤਰ੍ਹਾਂ ਹੁੰਦਾ ਜੀ, ਜੋ ਸਾਡੀ ਪਿਛਲੇ 10 ਸਾਲਾਂ ਦੀ ਰਿਸਰਚ ਹੁੰਦੀ ਹੈ, ਅਸੀਂ ਉਹਦੇ ਆਧਾਰ 'ਤੇ ਇੱਕ ਖੋਜ ਪੱਤਰ ਲਿਖਣਾ ਹੁੰਦਾ ਜਿਹਦੇ ਵਿੱਚ ਅਸੀਂ ਸਰਕਾਰ ਨੂੰ, ਫਰਟੀਲਾਈਜ਼ਰ ਐਸੋਸੀਏਸ਼ਨ ਆਫ ਇੰਡੀਆ ਦਿੰਦੀ ਹੈ, ਉਹਨਾਂ ਨੂੰ ਦੱਸਣਾ ਹੁੰਦਾ ਵੀ ਅਸੀਂ ਆਹ ਕੰਮ ਕੀਤਾ ਅਤੇ ਇਸ ਕੰਮ ਦਾ ਸਾਡੇ ਦੇਸ਼ ਨੂੰ, ਸਾਡੇ ਕਿਸਾਨਾਂ ਨੂੰ ਇਹ ਫਾਇਦਾ ਹੋਊਗਾ। ਅਤੇ ਫਿਰ ਜਿਹੜਾ ਦੇਖਦੇ ਆ ਵੀ ਜਿਹਨੇ ਬੈਸਟ ਕੰਮ ਇੰਡੀਆ ਦੇ ਵਿੱਚ ਕੀਤਾ, ਜਿਹਦਾ ਸਾਡੇ ਦੇਸ਼ ਨੂੰ ਸਭ ਤੋਂ ਵੱਧ ਫਾਇਦਾ ਹੋ ਸਕਦਾ, ਤਾਂ ਫਿਰ ਉਸ ਵਿਗਿਆਨੀ ਨੂੰ ਇਹ ਅਵਾਰਡ ਜਿਹੜਾ ਹੈਗਾ ਫਰਟੀਲਾਈਜ਼ਰ ਐਸੋਸੀਏਸ਼ਨ ਆਫ ਇੰਡੀਆ ਦਿੰਦੀ ਹੈ। ਇਹਦਾ ਸੰਬੰਧ ਉਹ ਖੋਜਾਂ ਨਾਲ ਹੁੰਦਾ ਹੈ ਜਿਹੜੀਆਂ ਖੋਜਾਂ ਪਲਾਂਟ ਨਿਊਟ੍ਰੀਸ਼ਨ ਨਾਲ ਸੰਬੰਧਿਤ ਹੁੰਦੀਆਂ ਨੇ, ਵੀ ਪੌਦੇ ਦੀ ਖੁਰਾਕ ਨੂੰ ਕਿਵੇਂ ਵਧੀਆ ਕਰਨਾ ਹੈ, ਪੌਦੇ ਦੀ ਖੁਰਾਕ ਨੂੰ ਵਧੀਆ ਕਰਨ ਦੇ ਲਈ ਜਿਹੜੀ ਖੋਜ ਹੁੰਦੀ ਹੈ, ਉਹਨਾਂ ਵਿਗਿਆਨੀਆਂ ਵਿੱਚੋਂ ਇਹ ਅਵਾਰਡ ਦਿੱਤਾ ਜਾਂਦਾ ਹੈ। ਸਰ, ਇੱਕ ਅਵਾਰਡ ਤਾਂ ਬਹੁਤ ਵੱਡੀ ਗੱਲ ਹੁੰਦੀ ਹੈ ਜਦੋਂ ਕਿਸੇ ਨੂੰ ਕੋਈ ਮਿਲਦਾ ਆ ਜਾਂ ਮਤਲਬ ਕਿਸੇ ਨੂੰ ਕੋਈ ਸਨਮਾਨਿਤ ਕੀਤਾ ਜਾਂਦਾ ਆ। ਤੁਹਾਡੇ ਮਨ ਦੇ ਵਿੱਚ ਇਹ ਥੋੜ੍ਹਾ ਬਹੁਤਾ ਵੀ ਨਹੀਂ ਆਇਆ ਕਿ ਇੰਨੀ ਮੁਸ਼ਕਿਲ ਅਵਾਰਡ ਮਿਲਦਾ ਆ ਅਤੇ ਤੁਸੀਂ ਕੁਝ ਸੋਚਿਆ ਨਹੀਂ ਮੋੜਨ ਵੇਲੇ? ਇਸ ਤਰ੍ਹਾਂ ਹੁੰਦਾ ਹੀ, ਤੁਸੀਂ ਸਵਾਲ ਕਰਦੇ ਹੋ ਦੁਨਿਆਵੀ ਪੱਧਰ 'ਤੇ ਸੋਚਦੇ ਹਾਂ, ਇਹ ਗੱਲ ਬਹੁਤ ਵੱਡਮੁੱਲੀ ਲੱਗਦੀ ਹੈ। ਪਰ ਜਦੋਂ ਤੁਹਾਡੇ ਸੰਸਕਾਰਾਂ ਵਿੱਚ ਇਹ ਹੋਵੇ ਕਿ ਤੁਹਾਨੂੰ ਇਹ ਗੱਲ ਦੀ ਸੋਝੀ ਹੋਵੇ ਇਹ ਜਿਹੜਾ ਸੰਸਾਰ ਹੈ ਨਾਸ਼ਵਾਨ ਹੈ ਅਤੇ ਦੁਨੀਆ ਦੀਆਂ ਵਡਿਆਈਆਂ ਨਾਲ ਨਹੀਂ ਜਾਂਦੀਆਂ, ਹੈ ਨਾ। ਗੁਰਬਾਣੀ 'ਚ ਲਿਖਿਆ ਕਿ ਦੁਨੀਆ ਕੀਆਂ ਵਡਿਆਈਆਂ ਅੱਗੀ ਸੇਤੀ ਜਾਲ, ਇਨ ਜਲ ਨਹੀਂ ਨਾਮ ਵਿਸਾਰਿਆ ਇੱਕ ਨਾ ਚੱਲੀਆ ਨਾਲ। ਗੁਰੂ ਸਾਹਿਬ ਕਹਿੰਦੇ ਵੀ ਇਹ ਤਾਂ ਤੈਨੂੰ ਤੋੜਦੀਆਂ ਨੇ ਸੱਚ ਨਾਲੋਂ, ਇਹਨਾਂ ਨੂੰ ਅੱਗ ਲਾ ਕੇ ਜਾਲ ਦੇ। ਜਦੋਂ ਇੱਦਾਂ ਦੇ ਮਨ ਵਿੱਚ ਪ੍ਰਭਾਵ ਹੋਣ ਤਾਂ ਫਿਰ ਇਹੀ ਚੰਗਾ ਲੱਗਦਾ ਕਿ ਸੱਚ ਨਾਲ ਖੜਿਆ ਜਾਵੇ। ਸੋ ਮੈਂ ਸਮਝਦਾ ਇਹ ਸਾਡੇ ਐਜੂਕੇਸ਼ਨ ਸਿਸਟਮ ਦੇ ਵਿੱਚ ਕਮੀ ਹੈ। ਜਦੋਂ ਹਰ ਬੰਦਾ ਐਂ ਸੋਚਦਾ ਵੀ ਤੈਨੂੰ ਡਰ ਨਹੀਂ ਲੱਗਿਆ, ਡਰ ਨਹੀਂ ਲੱਗਿਆ, ਕਿਉਂਕਿ ਸਾਡੇ ਐਜੂਕੇਸ਼ਨ ਸਿਸਟਮ ਨੇ ਸਾਨੂੰ ਇਹ ਸਿਖਾਇਆ ਹੀ ਨਹੀਂ ਕਿ ਡਰ ਹੁੰਦਾ ਕੀ ਹੈ। ਮਤਲਬ ਕਿ ਸਾਰਿਆਂ ਵਿੱਚ ਰੱਬ ਵਰਸਦਾ ਹੈ ਅਤੇ ਰੱਬ ਤੋਂ ਡਰਨਾ ਕਾਹਦਾ। ਅਤੇ ਅਸੀਂ ਆਪਣੇ ਪਰਿਵਾਰ ਦੇ ਮੈਂਬਰ ਹਾਂ, ਜੇ ਪਰਿਵਾਰ ਦੇ ਵਿੱਚ ਬੱਚਾ ਆਪਣੇ ਪਿਓ ਨੂੰ ਗੱਲ ਨਹੀਂ ਕਰ ਸਕਦਾ ਤਾਂ ਪਰਿਵਾਰ ਨੇ ਤਾਂ ਖਤਮ ਹੋ ਜਾਣਾ। ਕਿਤੇ ਨਾ ਕਿਤੇ ਤਾਂ ਸੋਚ ਹੋਊਗੀ ਵੀ ਮਤਲਬ ਮੈਂ ਇਹ ਸਟੈਪ ਲੱਗਣ ਚੱਕਣ, ਮਤਲਬ ਕਿਤੇ ਥੋੜ੍ਹਾ ਜਿਹਾ ਤਾਂ ਮਨ 'ਚ ਕੋਈ ਡਰ ਹੋਏਗਾ। ਠੀਕ ਹੈ, ਆਪਾਂ ਦੁਨਿਆਵੀ ਬੰਦੇ ਹਾਂ। ਜਦੋਂ ਮੈਂ ਇਹ ਫੈਸਲਾ ਮਨ ਵਿੱਚ ਲਿਆ ਸੀਗਾ ਅਤੇ ਮਨ ਵਿੱਚ ਇੱਦਾਂ ਦੇ ਖਿਆਲ ਉਤਪੰਨ ਹੁੰਦੇ ਸੀਗੇ ਵੀ ਇਹਦਾ ਨੁਕਸਾਨ ਹੋ ਸਕਦਾ, ਇਹਦਾ ਇਸ ਤਰ੍ਹਾਂ ਹੋਊਗਾ ਅਤੇ ਕਈ ਤਰ੍ਹਾਂ ਦੇ ਜਿਵੇਂ ਆਮ ਆ ਸਕਦੇ ਇਹੋ ਜਿਹੇ ਫੁਰਨੇ। ਪਰ ਮੈਂ ਆਪਣੇ ਉਸ ਸਾਰੇ ਭਰੇ ਹੋਏ ਮਨ ਦੇ ਨਾਲ ਜਦੋਂ ਮੈਂ ਕਿਸਾਨਾਂ ਦੀ ਹਾਲਤ ਜੋ ਦੇਖ ਰਿਹਾ ਸੀਗਾ ਵੀ 2.5 ਮਹੀਨੇ ਹੋ ਗਏ ਸੜਕਾਂ 'ਤੇ ਬੈਠੇ ਆ, ਅਤੇ ਇਹ ਗੱਲ ਅੰਦਰੋਂ ਆਵਾਜ਼ ਇਹ ਆ ਰਹੀ ਸੀ ਵੀ ਨਹੀਂ, ਜਿਵੇਂ ਲਾਲ ਬੱਤੀ ਜਗਦੀ ਹੁੰਦੀ ਹੈ, ਸਾਨੂੰ ਪਤਾ ਹੁੰਦਾ ਅੱਗੇ ਲੰਘਣਾ ਨਹੀਂ, ਆਪਾਂ ਵੀ ਟ੍ਰੈਫਿਕ ਲੰਘ ਹੀ ਜਾਂਦੇ ਹਾਂ ਵੀ ਚੱਲ ਕੋਈ ਨਹੀਂ। ਬੱਤੀ ਮੇਰੀ ਅੰਦਰੋਂ ਲਾਲ ਜਗ ਰਹੀ ਸੀਗੀ, ਪਰ ਉਹ ਅੰਦਰੋਂ ਮੇਰੇ ਇੱਕ ਕੋਈ ਚੀਜ਼ ਸੀ ਜਿਹੜੀ ਉਹ ਲਾਲ ਨੂੰ ਬੰਦ ਵੀ ਕਰਨਾ ਚਾਹੁੰਦੀ ਸੀਗੀ, ਬਟ ਉਹ ਲਾਲ ਇੰਨੀ ਜ਼ੋਰ ਦੀ ਜਗਦੀ ਪਈ ਸੀ। ਅਤੇ ਮੈਂ ਉਸ ਨੂੰ ਲੈ ਕੇ ਜਦੋਂ ਬੰਗਲਾ ਸਾਹਿਬ ਚਲਾ ਗਿਆ, ਉੱਥੇ ਜਾ ਕੇ ਅਰਦਾਸ ਕੀਤੀ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਚਰਨਾਂ ਵਿੱਚ। ਮੈਂ ਸਰੋਵਰ 'ਚ ਜਾ ਕੇ ਜਲ ਦੇ ਛਿੱਟੇ ਆਪਣੇ ਨੇਤਰਾਂ 'ਤੇ ਮਾਰੇ, ਮੂੰਹ 'ਤੇ। ਮੈਨੂੰ ਐਂ ਲੱਗਿਆ ਜਿਵੇਂ ਗੁਰੂ ਹਰਕ੍ਰਿਸ਼ਨ ਸਾਹਿਬ ਨਾਲ ਮੈਨੂੰ ਇਸ਼ਨਾਨ ਕਰਾ ਰਹੇ ਹੋਣ। ਇੰਨਾ ਮੈਂ ਹੌਲਾ ਜਿਹਾ ਹੋ ਗਿਆ। ਫਿਰ ਮਨ ਮੇਰਾ ਭਰਿਆ ਹੋਇਆ ਸੀ, ਫਿਰ ਵੀ ਉਹ ਡਰ ਵਾਲੀ ਗੱਲ ਜਿਵੇਂ ਤੁਸੀਂ ਕਹਿੰਦੇ, ਉਹ ਆ ਕੇ ਫਿਰ ਮੈਂ ਗੁਰੂ ਗ੍ਰੰਥ ਸਾਹਿਬ ਕੋਲ ਦੇਖ ਕਰ ਆਈ, ਅਰਦਾਸ ਕੀਤੀ ਕਿ ਮਹਾਰਾਜ ਮੇਰਾ ਮਨ ਨਹੀਂ ਕਰਦਾ ਪਿਆ। ਮੇਰੇ ਮਨ 'ਚ 2 ਆਪਸ਼ਨ ਸੀਗੀਆਂ ਜਿਹੜੀ ਮੈਂ ਆਪਣੀ ਅਰਦਾਸ ਵਿੱਚ ਰੱਖੀਆਂ। ਮੈਂ ਗੁਰੂ ਸਾਹਿਬ ਨੂੰ ਪੁੱਛਿਆ ਕਿ ਮੈਂ ਜੋ ਕਿਹੜਾ ਕੰਮ ਕਰਾਂ। ਪਹਿਲਾ ਕੰਮ ਤਾਂ ਮੇਰੇ ਮਨ 'ਚ ਸੀ ਮੈਂ ਜਾਵਾਂ ਨਾ ਉੱਥੇ, ਮੈਂ ਇੱਥੋਂ ਈਮੇਲ ਲਿਖ ਦੇਵਾਂ ਕਿ ਮੈਂ ਨਹੀਂ ਲੈਣਾ। ਦੂਜਾ ਮੇਰੇ ਮਨ ਵਿੱਚ ਸੀ ਮੈਂ ਚੁੱਪ ਕਰਕੇ ਲਿਆਵਾਂ ਅਤੇ ਲਿਆ ਕੇ ਜਿਹੜਾ ਸਾਨੂੰ 1 ਲੱਖ ਰੁਪਇਆ ਮਿਲਣਾ, ਮੈਂ ਉੱਥੇ ਕੁੰਡਲੀ ਬਾਰਡਰ 'ਤੇ ਜਿਹੜੇ ਵਿਚਾਰੇ ਕਿਸਾਨ ਬੈਠੇ ਉਹ ਲੰਗਰ 'ਚ ਪਾ ਜਾਵਾਂ, ਚੱਲ ਆਪਣੇ ਘਰ ਆਰਾਮ ਨਾਲ ਜਾ ਕੇ ਬਹਿ ਜਾਵਾਂ, ਗੱਲ ਸ਼ਾਂਤੀ ਨਾਲ ਨਿਬੜ ਜੂ। ਪਰ ਜੋ ਮੈਂ ਅਰਦਾਸ ਕੀਤੀ ਤਾਂ ਮੈਨੂੰ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਜਿਵੇਂ ਹਾਜ਼ਰ ਨਾਜ਼ਰ ਹੋ ਕੇ ਗੱਲ ਕਹੀ, ਕਾਕਾ ਦੋਨੋਂ ਹੀ ਗੱਲਾਂ ਗਲਤ ਨੇ, ਤੇਰਾ ਨਾ ਜਾਣਾ ਵੀ ਗਲਤ ਹੈ, ਚੁੱਪ ਕਰਕੇ ਲੈ ਆਉਣਾ ਅਤੇ ਪੈਸੇ ਲੰਗਰ 'ਚ ਪਾ ਦੇਣੇ ਇਹ ਵੀ ਗਲਤ ਹੈ। ਤੂੰ ਗੁਰੂ ਨਾਨਕ ਸਾਹਿਬ ਦਾ ਉਹ ਸੁਨੇਹਾ ਯਾਦ ਕਰ, ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਬੇਲਾ।
ਮੇਰੇ ਵਾਸਤੇ ਬਹੁਤ ਪ੍ਰੇਰਨਾ ਬਣੇ ਇਹ ਸ਼ਬਦ ਕਿ ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਵੇਲਾ। ਤੂੰ ਉੱਥੇ ਜਾ ਕੇ ਗੱਲ ਕਹਿ ਕੇ ਆ। ਮੈਨੂੰ ਇਹ ਗੱਲ ਇਸ਼ਾਰਾ ਤਾਂ ਮਿਲ ਗਿਆ ਕਹਿ ਕੇ ਆ, ਪਰ ਮੈਨੂੰ ਡਰ ਲੱਗ, ਕਹਿਣੀ ਕਿਵੇਂ ਹੁਣ ਮੰਤਰੀ ਦੇ ਮੂਹਰੇ ਬੋਲਣਾ ਤਾਂ ਆਪਾਂ ਦੇ ਵੱਡੇ ਵੱਡੇ ਆਈਏ ਅਫਸਰ ਆਏਂ ਖੜੇ ਹੁੰਦੇ ਸੁੰਗੜ ਕੇ। ਮੈਂ ਕਈ ਵਾਰ ਦੇਖਦਾ ਵੀ ਸਾਡੇ ਦੇਸ਼ ਦਾ ਬੇੜਾ ਗਰਕ ਤਾਂ ਹੋਣਾ ਹੀ ਹੋਣਾ ਵੀ ਪੜ੍ਹੇ ਲਿਖੇ ਬੰਦੇ ਅਨਪੜ੍ਹਾ ਕੇ ਆਏਂ ਖੜ ਜਾਂਦੇ ਨੇ ਉੱਲੂ ਜਿਹੇ ਬਣ ਕੇ। ਮੈਂ ਬਾਹਰ ਕੈਂਬਰਿਜ ਯੂਨੀਵਰਸਿਟੀ ਮੈਂ ਪ੍ਰੋਫੈਸਰ 5 ਮਹੀਨੇ ਪੜ੍ਹਾ ਕੇ ਆਇਆ। ਮੈਂ ਉੱਥੇ ਦੇਖਿਆ ਮਤਲਬ ਕਿ ਵੱਡੇ ਅਫਸਰ ਪ੍ਰੋਫੈਸਰ ਨੂੰ ਇੰਨਾ ਮਾਣ ਦਿੰਦੇ ਆ, ਉਹ ਰਹੇ ਕਮਾਲ ਦਾ ਨਾ। ਕੋਈ ਵੱਡਾ ਅਫਸਰ ਪ੍ਰੋਫੈਸਰ ਨੂੰ ਆਪਣੇ ਕਮਰੇ 'ਚ ਬੁਲਾਉਣਾ ਨਹੀਂ ਚਾਹੁੰਦਾ। ਉਹਨੂੰ ਪਤਾ ਵੀ ਇਹ ਬੰਦਾ ਤਾਂ ਗ੍ਰਾਸ ਰੂਟ 'ਤੇ ਕੰਮ ਕਰਨ ਵਾਲਾ। ਮੈਂ ਹੈਗਾ ਪ੍ਰਬੰਧਕ, ਉਹ ਵਾਈਸ ਚਾਂਸਲਰ ਡਾਇਰੈਕਟਰ ਚੱਲ ਕੇ ਮੈਂ ਕੈਂਬਰਿਜ ਯੂਨੀਵਰਸਿਟੀ 'ਚ ਕੰਮ ਕਰਦਿਆਂ ਦੇਖਿਆ। ਪ੍ਰੋਫੈਸਰ ਦੇ ਕੋਲ ਜਾਂਦੇ ਆ, ਉਹ ਕਹਿੰਦੇ ਨੇ ਵੀ ਸਰ ਤੁਸੀਂ ਤਾਂ ਕੰਮ ਕਰ ਰਹੇ ਹੋ, ਅਸੀਂ ਤੁਹਾਡੇ ਕੋਲੇ ਆਈਏ, ਤੁਹਾਨੂੰ ਅਸੀਂ ਕੋਲੇ ਕਿਉਂ ਬੁਲਾਈਏ? ਕਿਉਂਕਿ ਪ੍ਰੋਫੈਸਰ ਦਾ ਰੁਤਬਾ ਇੰਨਾ ਹੈ ਨਾ ਬਾਹਰ, ਕਿ ਉਹਦਾ ਲਿਖਿਆ ਹੋਇਆ ਸ਼ਬਦ ਵਾਈਸ ਚਾਂਸਲਰ ਵੀ ਨਹੀਂ ਮੋੜ ਸਕਦਾ। ਇੰਨਾ ਸਤਿਕਾਰ ਦਿੰਦੇ ਨੇ। ਪਰ ਸਾਡਾ ਕਲਚਰ ਹੀ ਇਹੋ ਜਿਹਾ ਭੈੜਾ ਹੈਗਾ ਵੀ। ਪਰ ਮੈਂ ਸੋਚਿਆ ਵੀ ਇਹਨੂੰ ਤੋੜਨ ਲਈ ਕਿਸੇ ਬੰਦੇ ਨੂੰ ਤਾਂ ਨਗਾਰੇ ਦੀ ਚੋਟ ਲਾਉਣੀ ਹੀ ਪਊਗੀ ਨਾ। ਸੋ ਮੈਂ ਉਸ ਗੁਰੂ ਦੇ ਆਸਰੇ, ਗੁਰੂ ਨਾਨਕ ਸਾਹਿਬ ਤੋਂ ਬਲ ਪ੍ਰਾਪਤ ਕਰਕੇ ਮੈਂ ਉਸ ਨੂੰ ਤੋੜਨ ਦਾ ਯਤਨ ਕੀਤਾ ਵੀ ਇਹ ਲੋਕ ਜਿਹੜੇ ਸਾਡੇ 'ਤੇ ਰਾਜ ਕਰਦੇ ਆ, ਸਾਡੇ ਨਾਲੋਂ ਜੇ ਘੱਟ ਪੜ੍ਹੇ ਲਿਖੇ ਨੇ, ਤਾਂ ਇਹਨਾਂ ਨੂੰ ਦੱਸਣਾ ਚਾਹੀਦਾ ਵੀ ਪਾਪਾ ਹੁਣ ਤੁਸੀਂ ਨਹੀਂ ਗੱਲ ਸਮਝਦੇ, ਬੜੇ ਬੱਚੇ ਪੜ੍ਹ ਲਿਖ ਗਏ, ਸਾਡੇ ਵੱਲ ਖਿਆਲ ਕਰੋ। ਅਤੇ ਮੈਂ ਉਸ ਭਾਵ ਨਾਲ ਬੜੇ ਸਤਿਕਾਰ ਨਾਲ ਆਪਣੀ ਗੌਰਮੈਂਟ ਨੂੰ ਕਿਹਾ ਕਿ ਤੁਸੀਂ ਵਿਗਿਆਨੀਆਂ ਦੀ ਗੱਲ ਸੁਣੋ, ਧੱਕਾ ਨਾ ਕਰੀ ਜਾਓ ਸਾਡੇ ਨਾਲ। ਕਿੰਨਾ ਕੁ ਅਸਰ ਹੋ ਜਾਊਗਾ ਜੀ ਇਸ ਮਤਲਬ ਤੁਹਾਡੀ ਐਡੇ ਵੱਡੀ ਕੁਰਬਾਨੀ ਦਾ? ਦੇਖੋ ਜੀ, ਜਦੋਂ ਭਗਤ ਸਿੰਘ ਘਰੋਂ ਨਿਕਲਿਆ ਸੀ, ਆਪਾਂ ਉਹਦੇ ਗੀਤ ਗਾਉਂਦੇ ਆ ਹੈ ਨਾ, ਉਹਦੇ ਸੋਹਲੇ ਗਾਉਂਦੇ ਆ, ਉਹਦਾ ਸ਼ਹੀਦ ਦਿਵਸ ਮਨਾਉਂਦੇ ਆ। ਉਹਨੂੰ ਪਤਾ ਸੀ ਮੇਰਾ ਕਿੰਨਾ ਕੁ ਅਸਰ ਹੋ ਜਾਊਗਾ? ਕਿ ਕਰਤਾਰ ਸਿੰਘ ਸਰਾਭੇ ਨੂੰ ਪਤਾ ਸੀ ਕਿ ਉਦਮ ਸਿੰਘ ਉੱਥੇ ਜਾ ਕੇ ਕਿੰਗਸਟਨ ਹਾਲ ਦੇ ਵਿੱਚ ਜਦੋਂ ਉਹਨੂੰ ਖਤਮ ਕਰਦਾ ਅਤੇ ਉਹਨੂੰ ਕੀ ਪਤਾ ਸੀ ਮੇਰਾ ਕੀ ਅਸਰ? ਤੁਹਾਡੀ ਕੀ ਸੋਚ ਸੀਗੀ ਵੀ ਮਤਲਬ ਜੇ ਮੈਂ ਇੱਦਾਂ ਮਤਲਬ ਜੇ ਇਹਨੂੰ ਮੋੜ ਦਿੱਤਾ ਹੈ ਤੱਕ ਮੈਨੂੰ, ਤੇ ਮਤਲਬ ਕੀ ਸੋਚ ਇਹ ਸੀ ਕਿ ਉਹ ਇੱਕ ਬਹੁਤ ਵੱਡਾ ਪਲੇਟਫਾਰਮ ਸੀਗਾ ਜਿੱਥੇ ਦੁਨੀਆ ਭਰ ਦੇ 800 ਵਿਗਿਆਨੀ ਬੈਠੇ ਸੀਗੇ। ਜੇ ਮੈਂ ਗਲਤ ਸੀ ਤਾਂ ਕੋਈ ਵਿਗਿਆਨੀ ਖੜਾ ਹੋ ਕੇ ਮੇਰੀ ਬਾਂਹ ਫੜਦਾ ਨਾ, ਦੱਸਦਾ ਵੀ ਤੁਹਾਨੂੰ ਭੁਲੇਖਾ ਲੱਗ ਗਿਆ ਡਾਕਟਰ ਸਾਹਿਬ, ਦਿਸ ਇਜ਼ ਨੋਟ, ਦਿਸ ਇਜ਼ ਦੈਟ ਵੇ। ਕਿਸੇ ਦੀ ਹਿੰਮਤ ਪਈ ਉੱਥੇ 800 ਵਿਗਿਆਨੀਆਂ ਨੇ ਬਾਂਹ ਕੱਢੀ ਹੋਵੇ ਕਿਸੇ ਨੇ ਉਸ ਵਕਤ ਮੇਰੇ ਨਾਲ ਮੰਚ ਦੇ ਉੱਤੇ ਵੀ ਵਾਈ ਯੂ ਆਰ ਅਗੇਨਸਟ ਦੀਜ਼ ਲਾਜ਼ ਐਂਡ ਦੇਰ ਆਰ ਦੀਜ਼ ਕਾਈਂਡ ਆਫ ਬੈਨੀਫਿਟਸ ਫਾਰ ਦਾ ਫਾਰਮਰਸ, ਨੋ ਵਨ ਕਮ। ਮੈਨੂੰ ਪਤਾ ਸੀ ਔਰ ਮੇਰੇ ਵਾਸਤੇ ਇੱਕ ਬਹੁਤ ਵੱਡਾ ਪਲੇਟਫਾਰਮ ਸੀ, ਦੁਨੀਆ ਭਰ ਦੇ 800 ਵਿਗਿਆਨੀ ਬੈਠੇ ਹੋਣ ਅਤੇ ਮੈਂ ਉੱਥੇ ਇਮਾਨ ਨਾਲ ਇਹ ਗੱਲ ਕਹੀ ਹੈ ਕਿ ਕਿਸਾਨ ਸੱਚ ਕਹਿੰਦੇ ਨੇ, ਠੀਕ ਕਹਿੰਦੇ ਨੇ, ਅਤੇ ਸਰਕਾਰ ਨੂੰ ਆਪਣੇ ਪਰਜਾ ਅੱਗੇ ਝੁਕ ਜਾਣਾ ਚਾਹੀਦਾ ਔਰ ਕਾਨੂੰਨ ਵਾਪਸ ਲੈ ਲੈਣੇ ਚਾਹੀਦੇ ਤਾਂ ਕਿ ਸਾਡਾ ਭਾਰਤ ਜਿਹੜਾ ਵਿਕਾਸ ਦੇ ਰਾਹ 'ਤੇ ਪੈ ਜਾਵੇ। ਕਾਫੀ ਟਾਈਮ ਪਹਿਲਾਂ ਹੀ ਆਪਾਂ ਬਹੁਤ ਪਿੱਛੇ ਆ, ਮਤਲਬ ਜੇ ਹੁਣ ਸਰਕਾਰ ਆਈਡੀਅਲ ਰਹੀ ਤੇ ਜਿਹੜੇ ਗਰੀਬ ਵਰਗ ਆ ਉਹ ਤਾਂ ਹੋ ਜਮਾ ਹੀ ਖਤਮ ਹੋ ਜਾਊਗਾ। ਦੇਖੋ ਜੀ, ਬਿਲਕੁਲ ਖਤਮ ਹੋ ਜਾਵੇਗਾ। ਇਹ ਈਸਟ ਇੰਡੀਆ ਕੰਪਨੀ ਜਦੋਂ ਆਈ ਸੀ ਨਾ ਇੱਥੇ, ਸਾਡੇ ਆਪਾਂ ਇਤਿਹਾਸ ਨੂੰ ਪੜ੍ਹੀਏ, ਬਜ਼ੁਰਗ ਦੱਸਦੇ ਨੇ ਵੀ ਉਹਨਾਂ ਨੇ ਰੇਲਾਂ ਪਾਈਆਂ, ਸੜਕਾਂ ਬਣਾਈਆਂ, ਸਾਨੂੰ ਲੱਗਿਆ ਲੱਖ ਕਮਾਲ ਹੋ ਗਈ, ਬਿਜਲੀ ਹੋ ਗਈ ਘਰੋਂ ਘਰੀ ਹੈ ਨਾ, ਫਿਰ ਤਰੱਕੀ ਹੁੰਦੀ ਰਹੀ। ਪਰ ਉਹ ਥੋੜ੍ਹਾ ਖੂਨ ਚੂਸਦੇ ਰਹੇ ਯਾਰ। ਭਗਤ ਸਿੰਘਾਂ ਨੇ ਕਿਉਂ ਕੁਰਬਾਨੀਆਂ ਕੀਤੀਆਂ? ਉਹਨਾਂ ਨੂੰ ਕੀ ਲੋੜ ਸੀ? ਕਿਸ਼ਨ ਸਿੰਘ ਗੜਗੱਜ ਵਰਗੇ ਬੰਦੇ ਤੁਹਾਡੇ ਪੰਜਾਬੀਆਂ ਨੇ ਮਤਲਬ ਕਿ ਉੱਧਰੋਂ ਵੈਸਟ ਬੰਗਾਲ 'ਚੋਂ ਕਲਕੱਤੇ 'ਚੋਂ ਲੋਕਾਂ ਨੇ ਬਹੁਤ ਸਾਥ ਦਿੱਤਾ, ਬੜਾ ਆਪਾਂ ਨੇ ਕੁਰਬਾਨੀਆਂ ਕੀਤੀਆਂ ਨੇ। ਅਤੇ ਇਹ ਉੱਦਾਂ ਦੀ ਸਾਨੂੰ ਮੁੜ ਕੇ ਜੰਗ ਛੇੜਨੀ ਪੈ ਜਾਣੀ ਹੈ ਕਿਉਂਕਿ ਸਾਨੂੰ ਕੰਪਨੀਆਂ ਨੇ ਵੇਚ ਕੇ ਖਾ ਜਾਣਾ। ਇਹ ਇੱਕ ਰਸਤਾ ਖੋਲ੍ਹਣ ਲੱਗੇ ਉਹਨਾਂ ਲਈ ਅਤੇ ਉਹਨਾਂ ਨੇ ਮਤਲਬ ਕਿ ਇਹ ਸਿਰਫ ਕਿਸਾਨ ਦੀ ਗੱਲ ਨਹੀਂ ਭਾਈ, ਇਹ ਇੱਕ ਆਮ ਸਧਾਰਨ ਨਾਗਰਿਕ ਦੀ, ਦੁਕਾਨ ਵਾਲੇ ਦੀ ਗੱਲ ਹੈ। ਹਰ ਨਿੱਕੇ ਨਿੱਕੇ ਵਪਾਰੀਆਂ ਅਤੇ ਰੇਹੜੀਆਂ 'ਤੇ ਲਾਈ ਬੈਠੇ, ਇਹ ਸਭ ਖਤਮ ਹੋ ਜਾਣੇ ਨੇ ਅਤੇ ਅਸੀਂ ਉਹਨਾਂ ਦੇ ਮਤਲਬ ਕਿ ਨੌਕਰ ਬਣ ਜਾਣਾ ਸਾਰਿਆਂ ਨੇ। ਅਤੇ ਇਸ ਕਰਕੇ ਮੇਰਾ ਫਰਜ਼ ਬਣਦਾ ਸੀ ਕਿ ਮੈਂ ਇਸ ਮੌਕੇ 'ਤੇ ਸੰਸਾਰ ਦੇ ਵਿੱਚ ਗੱਲ ਜ਼ਰੂਰ ਦੱਸਾਂ ਕਿ ਸਾਡੇ ਦੇਸ਼ ਦੇ ਵਿੱਚ ਆਮ ਪਰਜਾ ਦੀ ਗੱਲ ਨਹੀਂ ਸੁਣੀ ਜਾ ਰਹੀ, ਉਹਦੇ ਵੱਲ ਧਿਆਨ ਦੇਣਾ ਜ਼ਰੂਰੀ ਹੈ। ਠੀਕ ਹੈ ਸਰ। ਬਾਕੀਆਂ ਨੂੰ ਮੈਂ ਮੈਸੇਜ ਮੈਂ ਜੋ ਸਵੇਰ ਦਾ ਸੋਚ ਰਿਹਾ, ਕਿਉਂਕਿ ਕੱਲ੍ਹ ਵੀ ਸਾਰਾ ਦਿਨ ਪਰਸੋਂ ਵੀ ਮੀਡੀਆ ਬਾਰ-ਬਾਰ ਗੱਲ ਕਰੀ ਜਾ ਰਿਹਾ, ਮੈਸੇਜ ਮੈਂ ਬੜਾ ਹੁਣ ਸੋਚ ਸਮਝ ਕੇ ਅੱਜ ਸਵੇਰ ਦਾ ਇਹ ਮੈਸੇਜ ਦੇ ਰਿਹਾ, ਬੜੇ ਆਪਣੇ ਆਪ ਨੂੰ ਹੋਸ਼ ਵਿੱਚ ਰੱਖ ਕੇ ਔਰ ਬਹੁਤ ਹੀ ਡੂੰਘੀ ਵਿਚਾਰ ਤੋਂ ਬਾਅਦ। ਸਾਨੂੰ ਮਤਲਬ ਕਿ ਆਉਣ ਵਾਲੀਆਂ ਚੋਣਾਂ ਦੇ ਵਿੱਚ ਉਹਨਾਂ ਲੋਕਾਂ ਨੂੰ ਹੀ ਚੁਣਨਾ ਚਾਹੀਦਾ ਜਿਹੜੇ ਲੋਕ ਘੱਟੋ ਘੱਟ ਪੋਸਟ ਗ੍ਰੈਜੂਏਟ ਹੋਣ। ਨੰਬਰ 2, ਉਹ ਲੋਕ ਜਿਨ੍ਹਾਂ ਦੇ ਉੱਤੇ ਉਹਨਾਂ ਦੇ ਜੀਵਨ ਕਾਲ 'ਚ ਕੋਈ ਮੁਕੱਦਮਾ ਨਾ ਹੋਵੇ, ਕੋਈ ਫੌਜਦਾਰੀ ਉਹਨਾਂ 'ਤੇ ਕੇਸ ਨਾ ਚੱਲਦਾ ਹੋਵੇ, ਉਹਨਾਂ ਨੇ ਕੋਈ ਇਹੋ ਜਿਹੀ ਘਿਨਾਉਣੀ ਹਰਕਤ ਨਾ ਕੀਤੀ ਹੋਵੇ। ਔਰ ਸਭ ਤੋਂ ਵੱਡੀ ਗੱਲ ਕਿ ਉਹ ਇਹ ਪ੍ਰਣ ਕਰਨ ਕਿ ਅਸੀਂ ਦੇਸ਼ ਦੇ ਸਰਕਾਰੀ ਖਜ਼ਾਨੇ 'ਚੋਂ 1 ਰੁਪਈਆ ਨਹੀਂ ਖਰਚਾਂਗੇ, ਨਹੀਂ ਲਵਾਂਗੇ। ਉਹਨਾਂ ਨੂੰ ਸਹੂਲਤਾਂ, ਖਾਣ ਪਾਣੀ, ਆਉਣ ਜਾਣ ਵਾਸਤੇ ਸਭ ਕੁਝ ਦਿੱਤਾ ਜਾਵੇ, ਪਰ ਉਹ ਸਰਕਾਰ ਦੇ ਖਜ਼ਾਨੇ 'ਚੋਂ ਇੱਕ ਦਾਣਾ ਵੀ, ਆਪਣੇ 1 ਰੁਪਈਆ ਵੀ ਆਪਣੇ ਬੈਂਕ ਖਾਤੇ ਵਿੱਚ ਨਾ ਜਾਣ। ਉਹਨਾਂ ਦੀਆਂ ਜਿੰਨੀਆਂ ਵੀ ਫਾਈਨੈਂਸ਼ੀਅਲ ਸਟੇਟਮੈਂਟਸ ਨੇ, ਚੱਲ ਅਚੱਲ ਪ੍ਰਾਪਰਟੀ ਹੈ, ਉਹ ਸਰਕਾਰ ਦੀ ਵੈਬਸਾਈਟ 'ਤੇ ਪਤਾ ਪਈ ਹੋਵੇ ਅਤੇ ਕਿਸੇ ਵੀ ਸਰਕਾਰੀ ਮੰਤਰੀ ਦੀ ਜਿਹੜੀ ਪ੍ਰਾਪਰਟੀ ਹੈ 1 ਪੈਸਾ ਨਹੀਂ ਵਧਣੀ ਚਾਹੀਦੀ ਉਹਦੇ ਬੈਂਕ ਦੇ ਵਿੱਚ, ਉਹਦੀ ਕਿਸੇ ਵੀ ਤਰ੍ਹਾਂ ਦੀ ਅਚੱਲ ਜਾਂ ਚੱਲ ਪ੍ਰਾਪਰਟੀ। ਅਤੇ ਉਹੀ ਬੰਦੇ ਨੂੰ ਪਰਜਾ ਚੁਣੇ ਜਿਹੜੇ ਕਹਿਣ ਅਸੀਂ ਸਿਰਫ ਸੇਵਾ ਕਰਨੀ
ਆ, ਸਾਨੂੰ ਖਾਣ ਜੋਗਾ ਦੇ ਦਿਆ ਕਰੋ, ਪਾਉਣ ਨੂੰ ਕੱਪੜੇ ਦੋ ਲੈ ਦਿਆ ਕਰੋ, ਬਾਕੀ ਅਸੀਂ ਤੁਹਾਡੇ ਕੋਲੋਂ ਸਰਕਾਰੀ ਖਜ਼ਾਨੇ 'ਚੋਂ 1 ਰੁਪਈਆ ਵੀ ਨਹੀਂ ਲਵਾਂਗੇ, ਕੋਈ ਤਨਖਾਹ ਨਹੀਂ ਲਵਾਂਗੇ, ਕੋਈ ਪੈਨਸ਼ਨ ਨਹੀਂ ਲਵਾਂਗੇ। ਮੈਨੂੰ ਇੰਨਾ ਮੇਰੇ ਅੰਦਰੋਂ ਅੰਦੀ ਤੇਜ਼ੀ ਨਾਲ ਆਵਾਜ਼ ਆ ਰਹੀ ਹੈ, ਜੇ ਕਿਤੇ ਇਹੋ ਜਿਹੇ ਬੰਦੇ ਹੈਗੇ ਵੀ ਹੈ, ਮੈਨੂੰ ਨਹੀਂ ਪਤਾ ਹੈਗੇ ਕਿ ਨਹੀਂ, ਜੇ ਕਿਤੇ ਇਹੋ ਜਿਹੇ ਬੰਦੇ ਹੋਣਗੇ ਤਾਂ ਮੈਂ ਯਕੀਨ ਨਾਲ ਕਹਿ ਸਕਦਾ ਅਗਲੇ 5 ਸਾਲਾਂ ਵਿੱਚ ਸਾਡਾ ਇੰਡੀਆ ਡਿਵੈਲਪਡ ਨੇਸ਼ਨ ਦੀ ਕਤਾਰ ਵਿੱਚ ਖੜਾ ਹੋਊਗਾ। ਜਿਵੇਂ ਕਿ ਉਹਨਾਂ ਨੇ ਤੁਹਾਨੂੰ ਦੱਸਿਆ ਕਿ ਬੜੀ ਹੀ ਮਿਹਨਤ ਦੇ ਨਾਲ ਇਹ ਤਗਮਾ ਵੀ ਮੇਰੀ ਸੋਚ ਵੀ ਸੀ ਔਰ ਗੁਰੂਆਂ ਨੂੰ ਹਾਜ਼ਰ ਨਾਜ਼ਰ ਮੰਨ ਕੇ ਮੈਂ ਇਹ ਤਗਮਾ ਵਾਪਸ ਕਰ ਦਿੱਤਾ ਕਿ ਮੈਨੂੰ ਕਿਸਾਨ ਭਾਈ ਸਭ ਤੋਂ ਪਹਿਲਾਂ ਨੇ, ਨਾ ਕਿ ਇਹ ਤਗਮਾ ਸਰਕਾਰ ਨੂੰ ਵੀ ਚਾਹੀਦਾ ਆ ਕਿ ਇਹ ਜਿਹੜੀ ਮੇਰੀ ਸੋਚ ਆ ਜਾਂ ਮਤਲਬ ਇਹ ਕਿਸਾਨਾਂ ਦੀਆਂ ਮੰਗਾਂ ਨੇ ਇਹਨਾਂ ਵੱਲ ਨੂੰ ਧਿਆਨ ਦੇਣ। ਤਾਂ ਕਿਤੇ ਨਾ ਕਿਤੇ ਲੋੜ ਆ ਮਤਲਬ ਸਰਕਾਰ ਨੂੰ ਵੀ ਜਾਗਣ ਦੀ ਕਿ ਇਹ ਜਿਹੜਾ ਗਰੀਬ ਵਰਗ ਖਤਮ ਹੋ ਰਿਹਾ ਵਾ, ਕਿਸਾਨਾਂ ਦੀ ਜਿਹੜੀਆਂ ਮੰਗਾਂ ਨੇ ਉਹ ਮੰਨ ਲੈਣੀਆਂ ਚਾਹੀਦੀਆਂ ਨੇ। ਹਰ ਇੱਕ ਇਨਸਾਨ ਕੋਈ ਨਾ ਕੋਈ ਕਿਸੇ ਨਾ ਕਿਸੇ ਰਸਤੇ ਸਰਕਾਰ ਦੇ ਅੱਗੇ ਆ ਰਿਹਾ ਵਾ, ਕੁਛ ਕਰ ਰਿਹਾ ਔਰ ਪੂਰੇ ਦੇਸ਼ ਦਾ ਨਾਗਰਿਕ ਵੀ ਨਾਲ ਖੜਾ ਆ। ਸਰਕਾਰ ਨੂੰ ਚਾਹੀਦਾ ਕਿ ਉਹਨਾਂ ਦੀ ਸੋਚ ਦੇ ਉੱਤੇ ਉਹਨਾਂ ਨੂੰ ਮੰਨ ਲੈਣਾ ਚਾਹੀਦਾ ਆ। ਕੈਮਰਾਮੈਨ ਮੋਹਨ ਲਾਲ ਦੇ ਨਾਲ ਰਕੇਸ਼ ਦੀ ਰਿਪੋर्ट। ਤੁਸੀਂ ਦੇਖਦੇ ਰਹੋ सिटी होम न्यूज़। खबरों से जुड़े रहने के लिए बेल आइकन दबाएं और सब्सक्राइब करें सिटी होम न्यूज़।